ओम शांति। ਅੱਜ ਪਿਆਰੇ ਬਾਪ ਦਾਦਾ ਦੇ 11/6/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਅੱਜ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਹੁਣ ਸੱਚੇ ਰਾਜਯੋਗੀ ਹੋ। ਤੁਹਾਨੂੰ ਰਾਜ ਰਿਸ਼ੀ ਵੀ ਕਿਹਾ ਜਾਂਦਾ ਹੈ। ਰਾਜ ਰਿਸ਼ੀ ਮਾਨਾ ਹੀ ਪਵਿੱਤਰ। ਪ੍ਰਸ਼ਨ ਹੈ, ਤੁਸੀਂ ਬੱਚੇ ਮਨੁੱਖਾਂ ਨੂੰ ਮਾਇਆ ਰੂਪੀ ਰਾਵਣ ਦੀ ਦਲਦਲ ਵਿੱਚੋਂ ਕਦੋਂ ਕੱਢ ਸਕੋਗੇ? ਉੱਤਰ ਹੈ, ਜਦੋਂ ਤੱਕ ਖੁਦ ਉਸ ਦਲਦਲ ਤੋਂ ਨਿਕਲੇ ਹੋਏ ਹੋਵੋਗੇ। ਜਦੋਂ ਤੁਸੀਂ ਬਾਬਾ ਕਹਿੰਦੇ ਖੁਦ ਉਸ ਦਲਦਲ ਵਿੱਚੋਂ ਨਿਕਲੇ ਹੋਏ ਹੋਵੋਗੇ। ਦਲਦਲ ਵਿੱਚੋਂ ਨਿਕਲਣ ਵਾਲਿਆਂ ਦੀ ਨਿਸ਼ਾਨੀ ਹੈ ਇੱਛਾ ਮਾਤਰਮ ਅਵਿਦਿਆ। ਇੱਛਾ ਕੀ ਹੁੰਦੀ ਹੈ ਉਸ ਸ਼ਬਦ ਦਾ ਵੀ ਗਿਆਨ ਨਹੀਂ। ਇੱਕ ਬਾਪ ਤੋਂ ਸਿਵਾਏ ਹੋਰ ਕੁਝ ਵੀ ਯਾਦ ਨਾ ਆਏ। ਅੱਛਾ ਕੱਪੜਾ ਪਾਈਏ, ਅੱਛੀ ਚੀਜ਼ ਖਾਈਏ, ਇਹ ਲਾਲਚ ਨਾ ਹੋਵੇ। ਤੁਸੀਂ ਪੂਰੇ ਹੀ ਵਨਵਾਸ ਵਿੱਚ ਹੋ। ਇਸ ਸਰੀਰ ਨੂੰ ਭੁੱਲੇ ਹੋਏ ਮੇਰਾ ਕੁਝ ਵੀ ਨਹੀਂ, ਮੈਂ ਆਤਮਾ ਹਾਂ। ਇਸ ਤਰ੍ਹਾਂ ਆਤਮ ਅਭਿਮਾਨੀ ਬੱਚੇ ਹੀ ਰਾਵਣ ਦੀ ਦਲਦਲ ਵਿੱਚੋਂ ਮਨੁੱਖਾਂ ਨੂੰ ਕੱਢ ਸਕਦੇ ਹਨ। ਗੀਤ ਹੈ ਤੂੰ ਪਿਆਰ ਕਾ ਸਾਗਰ ਹੈ। ਓਮ ਸ਼ਾਂਤੀ। ਕੋਈ ਸਮੇਂ ਗੀਤ ਜਦੋਂ ਵਜਾਇਆ ਜਾਂਦਾ ਸੀ ਤਾਂ ਬੱਚਿਆਂ ਨੂੰ ਗੀਤ ਦਾ ਅਰਥ ਵੀ ਪੁੱਛਦੇ ਸੀ। ਹੁਣ ਦੱਸੋ, ਤੁਸੀਂ ਕਦੋਂ ਤੋਂ ਰਾਹ ਭੁੱਲ ਗਏ ਹੋ? ਕਿਸੇ ਨੇ ਕਿਹਾ ਦੁਆਪਰ ਤੋਂ, ਕਿਸੇ ਨੇ ਕਿਹਾ ਸਤਯੁਗ ਤੋਂ। ਤਾਂ ਬਾਬਾ ਕਹਿੰਦੇ ਕਿ ਜੋ ਕਹਿੰਦੇ ਹਨ ਦੁਆਪਰ ਤੋਂ ਭੁੱਲੇ ਹਨ, ਉਹ ਗਲਤ ਹਨ। ਸਤਯੁਗ ਤੋਂ ਰਾਹ ਭੁੱਲੇ ਹੋ। ਰਾਹ ਦੱਸਣ ਵਾਲਾ ਹੁਣ ਤੁਹਾਨੂੰ ਮਿਲਿਆ ਹੈ। ਸਤਯੁਗ ਤੋਂ ਰਾਹ ਦੱਸਣ ਵਾਲਾ ਤਾਂ ਕੋਈ ਵੀ ਨਹੀਂ ਜਾਣਦੇ। ਬਾਬਾ ਕਹਿ ਰਹੇ ਸਤਯੁਗ ਤੋਂ ਲੈ ਕੇ ਰਾਹ ਦੱਸਣ ਵਾਲੇ ਤਾਂ ਦੱਸਣ ਵਾਲੇ ਨੂੰ ਹੀ ਕੋਈ ਨਹੀਂ ਜਾਣਦੇ। ਉੱਥੇ ਕੋਈ ਬਾਪ ਨੂੰ ਹੀ ਨਹੀਂ ਜਾਣਦੇ। ਮਾਨਾ ਭੁੱਲੇ ਹੋਏ ਹਨ। ਡਰਾਮਾ ਵਿੱਚ ਸਾਰੀ ਨੂੰਦ ਹੈ ਨਾ ਭੁੱਲਣਾ ਵੀ। ਬਾਬਾ ਅੱਗੇ ਕਹਿ ਰਹੇ ਕਿ ਹੁਣ ਤੁਹਾਨੂੰ ਰਾਹ ਦੱਸਣ ਲਈ ਆਏ ਹਨ। ਕਹਿੰਦੇ ਹਨ ਨਾ, ਪ੍ਰਭੂ ਰਾਹ ਬਤਾਓ। ਅਸੀਂ ਸਤਯੁਗ ਤੋਂ ਲੈ ਕੇ ਬਾਪ ਨੂੰ ਭੁੱਲੇ ਹਾਂ। ਬਾਬਾ ਪ੍ਰਸ਼ਨ ਪੁੱਛਦੇ ਹਨ ਬੁੱਧੀ ਚਲਾਉਣ ਦੇ ਲਈ। ਇਹ ਗਿਆਨ ਹੀ ਨਿਰਾਲਾ ਹੈ। ਗਿਆਨ ਦਾ ਸਾਗਰ ਇੱਕ ਬਾਪ ਹੀ ਹੈ। ਬਾਪ ਸਾਹਮਣੇ ਬੈਠ ਕੇ ਸਮਝਾਉਂਦੇ ਹਨ, ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਮੈਂ ਹੀ ਹਾਂ। ਤੁਸੀਂ ਵੀ ਜਾਣਦੇ ਹੋ, ਬਰੋਬਰ ਪਤਿਤ ਪਾਵਨ ਵੀ ਇੱਕ ਬਾਪ ਹੈ। ਇਹ ਤਾਂ ਭਗਤੀ ਵਾਲੇ ਵੀ ਮੰਨਦੇ ਹਨ। ਪਾਵਨ ਦੁਨੀਆ ਹੈ ਹੀ ਸ਼ਾਂਤੀ ਧਾਮ ਅਤੇ ਸੁਖ ਧਾਮ। ਹੁਣ ਸੁਖ ਧਾਮ ਅਤੇ ਦੁੱਖ ਧਾਮ ਅੱਧਾ ਅੱਧਾ ਹੈ। ਇਹ ਤਾਂ ਬੱਚੇ ਚੰਗੀ ਤਰ੍ਹਾਂ ਜਾਣਦੇ ਹਨ ਨਾ। ਬਾਪ ਪਿਆਰ ਦਾ ਸਾਗਰ ਹੈ, ਤਾਂ ਹੀ ਤਾਂ ਉਸਨੂੰ ਸਾਰੇ ਪਿਤਾ ਕਹਿ ਕੇ ਪੁਕਾਰਦੇ ਹਨ। ਉਹ ਕੌਣ ਹੈ, ਕਿਸ ਤਰ੍ਹਾਂ ਆਉਂਦੇ ਹਨ, ਇਹ ਭੁੱਲ ਜਾਂਦੇ ਹਨ। 5000 ਸਾਲ ਦੀ ਗੱਲ ਹੈ। ਬਰੋਬਰ ਇਹਨਾਂ ਦੇਵੀ ਦੇਵਤਿਆਂ ਦਾ ਰਾਜ ਸੀ। ਸਤਯੁਗ ਵਿੱਚ ਹੈ ਹੀ ਸਦਗਤੀ। ਫਿਰ ਦੁਰਗਤੀ ਕਿਸ ਤਰ੍ਹਾਂ ਹੁੰਦੀ ਹੈ, ਇਹ ਕੌਣ ਦੱਸੇ? ਬਾਬਾ ਹੀ ਆ ਕੇ ਸਮਝਾਉਂਦੇ ਹਨ। ਦੁਆਪਰ ਤੋਂ ਤੁਹਾਡੀ ਦੁਰਗਤੀ ਹੋਈ ਹੈ, ਤਾਂ ਹੀ ਤਾਂ ਬੁਲਾਉਂਦੇ ਹਨ ਨਾ। ਤੁਸੀਂ ਸਮਝਦੇ ਹੋ ਇਹ ਕੋਈ ਨਵੀਂ ਗੱਲ ਨਹੀਂ ਹੈ। ਬਾਬਾ ਕਲਪ ਕਲਪ ਆਉਂਦੇ ਹਨ। ਹੁਣ ਨਿਰਾਕਾਰ ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਕੋਈ ਵੀ ਆਪਣੇ ਨੂੰ ਆਤਮਾ ਨਹੀਂ ਜਾਣਦੇ। ਬਾਬਾ ਕਹਿੰਦੇ ਕੋਈ ਵੀ ਆਪਣੇ ਨੂੰ ਆਤਮਾ ਸਮਝਣ, ਇਹ ਗਿਆਨ ਹੀ ਨਹੀਂ ਹੈ, ਨਹੀਂ ਜਾਣਦੇ। ਇਸ ਤਰ੍ਹਾਂ ਕਦੇ ਨਹੀਂ ਕੋਈ ਦੱਸਣਗੇ ਕਿ ਸਾਡੀ ਆਤਮਾ ਵਿੱਚ ਸਾਰਾ ਪਾਰਟ ਭਰਿਆ ਹੋਇਆ ਹੈ।
ਤੁਸੀਂ ਜਾਣਦੇ ਹੋ ਸਾਨੂੰ ਸ਼ਿਵ ਬਾਬਾ ਨੇ ਬ੍ਰਹਮਾ ਦੁਆਰਾ ਆ ਕੇ ਬ੍ਰਾਹਮਣ ਬਣਾਇਆ। ਅੱਗੇ ਬਾਬਾ ਕਹਿ ਰਹੇ ਸ਼ਿਵ ਬਾਬਾ ਦਾ ਇਹ ਬੱਚਾ ਵੀ ਹੈ ਬ੍ਰਹਮਾ ਬਾਬਾ, ਇਸਤਰੀ ਵੀ ਹੈ। ਦੇਖੋ ਕਿੰਨੇ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਹੈ। ਇਕੱਲਾ ਮੇਲ ਹੋਣ ਦੇ ਕਾਰਨ ਸਰਸਵਤੀ ਨੂੰ ਮਦਦਗਾਰ ਬਣਾਇਆ ਹੈ ਕਿ ਬੱਚਿਆਂ ਨੂੰ ਸੰਭਾਲੋ। ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਹਨ, ਇਹ ਹੈ ਪ੍ਰੈਕਟੀਕਲ। ਬਾਬਾ ਰਾਜਯੋਗ ਸਿਖਾਉਂਦੇ ਹਨ। ਜਿਨ੍ਹਾਂ ਨੂੰ ਰਾਜਯੋਗ ਸਿਖਾਇਆ ਉਹ ਰਾਜੇ ਬਣੇ, 84 ਜਨਮਾਂ ਵਿੱਚ ਆਏ। ਬਾਈਬਲ, ਕੁਰਾਨ, ਵੇਦ, ਸ਼ਾਸਤਰ ਆਦਿ ਪੜ੍ਹਦੇ ਤਾਂ ਬਹੁਤ ਹਨ, ਪਰੰਤੂ ਸਮਝਦੇ ਕੁਝ ਵੀ ਨਹੀਂ ਹਨ। ਹੁਣ ਤੁਸੀਂ ਕੋਈ ਤੱਤਵ ਯੋਗੀ ਨਹੀਂ ਹੋ, ਤੁਹਾਡਾ ਤਾਂ ਬਾਪ ਨਾਲ ਯੋਗ ਹੈ, ਅਰਥਾਤ ਬਾਪ ਦੀ ਯਾਦ ਹੈ। ਹੁਣ ਤੁਸੀਂ ਰਾਜਯੋਗੀ ਹੋ, ਰਾਜ ਰਿਸ਼ੀ ਹੋ, ਅਰਥਾਤ ਯੋਗੀ ਰਾਜ ਹੋ। ਯੋਗੀ ਪਵਿੱਤਰ ਨੂੰ ਕਿਹਾ ਜਾਂਦਾ ਹੈ। ਸਵਰਗ ਦੀ ਰਾਜਾਈ ਲੈਣ ਦੇ ਲਈ ਤੁਸੀਂ ਯੋਗੀ ਬਣੇ ਹੋ। ਬਾਬਾ ਕਹਿੰਦੇ ਹਨ, ਪਹਿਲਾਂ ਬਾਪ ਕਹਿੰਦੇ ਕਿ ਪਵਿੱਤਰ ਬਣੋ। ਯੋਗੀ ਨਾਮ ਹੀ ਉਹਨਾਂ ਦਾ ਹੈ। ਤੁਸੀਂ ਸਾਰੇ ਰਾਜਯੋਗੀ ਹੋ। ਬਾਬਾ ਕਹਿੰਦੇ ਕਿ ਤੁਹਾਨੂੰ ਬਾਪ ਰਾਜਯੋਗ ਸਿਖਾ ਰਹੇ ਹਨ, ਤਾਂ ਤੁਸੀਂ ਸਟੂਡੈਂਟ ਹੋ ਗਏ ਨਾ। ਸਟੂਡੈਂਟਾਂ ਨੂੰ ਕਦੇ ਵੀ ਟੀਚਰ ਭੁੱਲੇਗਾ ਕਿ? ਵਿਦਿਆਰਥੀਆਂ ਨੂੰ ਤਾਂ ਕਦੇ ਵੀ ਟੀਚਰ ਨਹੀਂ ਭੁੱਲਦਾ। ਜਾਣਦੇ ਹੋ ਸ਼ਿਵ ਬਾਬਾ ਸਾਨੂੰ ਪੜ੍ਹਾ ਰਹੇ ਹਨ, ਪਰੰਤੂ ਫਿਰ ਵੀ ਮਾਇਆ ਭੁਲਾ ਦਿੰਦੀ ਹੈ। ਤੁਸੀਂ ਆਪਣੇ ਪੜ੍ਹਾਉਣ ਵਾਲੇ ਟੀਚਰ ਨੂੰ ਹੀ ਭੁੱਲ ਜਾਂਦੇ ਹੋ। ਭਗਵਾਨ ਪੜ੍ਹਾਉਂਦੇ ਹਨ, ਇਹ ਸਮਝਣ ਤਾਂ ਨਸ਼ਾ ਚੜ੍ਹ ਜਾਵੇ। ਸਕੂਲ ਵਿੱਚ ICS ਪੜ੍ਹਦੇ ਤਾਂ ਕਿੰਨਾ ਨਸ਼ਾ ਰਹਿੰਦਾ ਹੈ। ਤੁਸੀਂ ਬੱਚੇ 21 ਜਨਮਾਂ ਦੇ ਲਈ ਰਾਜਯੋਗ ਦੀ ਪੜ੍ਹਾਈ ਪੜ੍ਹਦੇ ਹੋ। ਪੜ੍ਹਨਾ ਤਾਂ ਹੁੰਦਾ ਹੀ ਹੈ ਨਾ। ਰਾਜ ਵਿਦਿਆ ਵੀ ਪੜ੍ਹਨੀ ਪਵੇ, ਭਾਸ਼ਾ ਆਦਿ ਵੀ ਸਿੱਖਣੀ ਪਵੇ। ਤਾਂ ਬਾਬਾ ਅੱਗੇ ਦੱਸ ਰਹੇ ਕਿ ਬੱਚੇ ਇਹ ਵੀ ਪੜ੍ਹਾਈ ਹੈ। ਤੁਸੀਂ ਜਾਣਦੇ ਹੋ ਸਾਨੂੰ ਬਾਬਾ ਸੁਖ ਧਾਮ ਵਾਇਆ ਸ਼ਾਂਤੀ ਧਾਮ ਵਿੱਚ ਲੈ ਕੇ ਜਾ ਰਹੇ ਹਨ। ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਾਣਦੇ ਹੋ ਅਸੀਂ ਇੱਥੇ ਆਏ ਪਾਇਟ ਵਜਾਉਣ ਲਈ, ਫਿਰ ਜਾਣਾ ਹੈ। ਇਹ ਖੁਸ਼ੀ ਹੈ ਨਾ, ਸ਼ਾਂਤੀ ਦੀ ਖੁਸ਼ੀ ਨਹੀਂ ਹੈ। ਪਾਇਟ ਵਜਾਉਣ ਵਿੱਚ ਬੜਾ ਮਜ਼ਾ ਹੈ, ਖੁਸ਼ੀ ਹੈ ਪਾਇਟ ਵਜਾਉਣ ਦੇ ਵਿੱਚ। ਜਾਣਦੇ ਹੋ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਕੋਈ ਕਹਿੰਦੇ ਸਾਨੂੰ ਮਨ ਦੀ ਸ਼ਾਂਤੀ ਮਿਲੇ, ਇਹ ਅੱਖਰ ਵੀ ਗਲਤ ਹੈ। ਬਾਬਾ ਕਹਿੰਦੇ ਨਹੀਂ, ਅਸੀਂ ਬਾਪ ਨੂੰ ਯਾਦ ਕਰਦੇ ਹਾਂ ਤਾਂ ਵਿਕਰਮ ਵਿਨਾਸ਼ ਹੋਣਗੇ। ਸ਼ਾਂਤੀ ਤਾਂ ਮਨ ਰਹਿ ਨਹੀਂ ਸਕਦਾ, ਕਰਮ ਬਿਨਾਂ ਤਾਂ ਰਹਿ ਨਹੀਂ ਸਕਦੇ ਨਾ। ਬਾਕੀ ਮਹਿਸੂਸ ਤਾਂ ਆਉਂਦੀ ਹੈ ਕਿ ਅਸੀਂ ਬਾਪ ਤੋਂ ਪਵਿੱਤਰਤਾ, ਸੁਖ ਸ਼ਾਂਤੀ ਦਾ ਵਰਸਾ ਲੈ ਰਹੇ ਹਾਂ, ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਇਹ ਹੈ ਹੀ ਦੁੱਖ ਧਾਮ। ਬਾਬਾ ਅੱਗੇ ਕਹਿ ਰਹੇ ਕਿ ਆਤਮਾ ਦਾ ਸਵੈ ਧਰਮ ਤਾਂ ਹੈ ਹੀ ਸ਼ਾਂਤੀ। ਉਸ ਵਿੱਚ ਤੁਸੀਂ ਸ਼ਾਂਤ ਰਹਿੰਦੇ ਹੋ। ਇੱਥੇ ਤਾਂ ਪ੍ਰਵਿਰਤੀ ਵਿੱਚ ਆਉਣਾ ਹੈ ਨਾ, ਪਾਇਟ ਵਜਾਉਣਾ ਹੈ, ਕੋਈ ਸੰਨਿਆਸੀ ਤਾਂ ਨਹੀਂ ਹੋ। ਇੱਥੇ ਆਉਂਦੇ ਹੀ ਹੋ ਕਰਮ ਕਰਨ ਲਈ। ਕਰਮ ਵਿੱਚ ਆਤਮਾ ਨੇ ਜ਼ਰੂਰ ਆਉਣਾ ਹੀ ਹੈ। ਤੁਸੀਂ ਸਮਝਦੇ ਹੋ ਕਿ ਇਹ ਸਮਝਾਉਣੀ ਬਾਪ ਹੀ ਦੇ ਰਹੇ ਹਨ। ਸ਼ਿਵ ਨਿਰਾਕਾਰ ਭਗਵਾਨੋਵਾਚ। ਬਾਬਾ ਅੱਗੇ ਕਹਿ ਰਹੇ ਕਿ ਬਾਪ ਹੀ ਸਭ ਦਾ ਸਦਗਤੀ ਦਾਤਾ ਹੈ। ਹੁਣ ਬਾਪ ਕਹਿੰਦੇ ਬੱਚੇ ਦੇਹੀ ਅਭਿਮਾਨੀ ਬਣੋ, ਇਹ ਮਿਹਨਤ ਹੈ। ਅੱਧਾ ਕਲਪ ਤੋਂ ਜੋ ਖਾਦ ਪਈ ਉਹ ਇਸ ਯੋਗ ਅਗਨੀ ਨਾਲ ਹੀ ਨਿਕਲੇਗੀ। ਤੁਸੀਂ ਸੱਚਾ ਸੋਨਾ ਬਣਨਾ ਹੈ। ਜਿਵੇਂ ਸੱਚੇ ਸੋਨੇ ਵਿੱਚ ਖਾਦ ਮਿਲਾ ਕੇ ਜੇਵਰ ਬਣਾਉਂਦੇ, ਤੁਸੀਂ ਅਸਲ ਵਿੱਚ ਸੱਚਾ ਸੋਨਾ ਸੀ। ਫਿਰ ਤੁਹਾਡੇ ਵਿੱਚ ਖਾਦ ਪੈਂਦੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ ਅਸੀਂ ਪਾਇਟ ਵਜਾਇਆ, ਅਸੀਂ ਜਾਂਦੇ ਹਾਂ ਆਪਣੇ ਪੇਕੇ ਘਰ। ਜਿਵੇਂ ਵਲਾਇਤ ਤੋਂ ਜਦੋਂ ਕੋਈ ਪੇਕੇ ਘਰ ਵਾਪਸ ਲੌਟਦੇ ਹਨ ਤਾਂ ਖੁਸ਼ੀ ਹੁੰਦੀ ਹੈ ਨਾ, ਤਾਂ ਤੁਹਾਨੂੰ ਵੀ ਖੁਸ਼ੀ ਹੈ। ਤੁਸੀਂ ਜਾਣਦੇ ਹੋ ਬਾਬਾ ਸਾਡੇ ਲਈ ਸਵਰਗ ਲੈ ਕੇ ਆਏ ਹਨ। ਬੇਹੱਦ ਦੇ ਬਾਪ ਦੀ ਸੌਗਾਤ ਹੈ।
ਬੇਹੱਦ ਦੀ ਬਾਦਸ਼ਾਹੀ ਅਰਥਾਤ ਸਦਗਤੀ। ਬਾਬਾ ਕਹਿ ਰਹੇ ਕਿ ਤੁਸੀਂ ਜਾਣਦੇ ਹੋ ਕਿ ਬਾਬਾ ਤੁਹਾਡੇ ਲਈ ਹੁਣ ਬੇਹੱਦ ਦੀ ਬਾਦਸ਼ਾਹੀ ਸਵਰਗ ਸੌਗਾਤ ਵਿੱਚ ਲੈ ਕੇ ਆਏ ਹਨ। ਬਾਪ ਬੈਠ ਦੱਸਦੇ ਹਨ, ਇਹ ਭਗਤੀ ਵੀ ਡਰਾਮਾ ਵਿੱਚ ਨੋਂਦ ਹੈ। ਫਿਰ ਵੀ ਤੁਸੀਂ ਇਹ ਸ਼ਾਸਤਰ ਆਦਿ ਤਾਂ ਤੁਹਾਨੂੰ ਪੜ੍ਹਨੇ ਹੋਣਗੇ। ਇਹ ਭਗਤੀ ਦਾ ਪਾਰਟ ਵਜਾਉਣਾ ਹੀ ਹੋਵੇਗਾ, ਪਤਿਤ ਬਣਨ ਦਾ ਵੀ ਪਾਰਟ ਵਜਾਉਣਾ ਹੈ। ਕਹਿੰਦੇ ਹਨ ਭਗਤੀ ਦੀ ਦਲਦਲ ਵਿੱਚ ਫਸ ਗਏ ਹਾਂ। ਬਾਹਰ ਤੋਂ ਤਾਂ ਬੜੀ ਖੂਬਸੂਰਤ ਲੱਗਦੀ, ਜਿਵੇਂ ਰੁੰਡ ਦਾ ਪਾਣੀ ਹੁੰਦਾ ਹੈ। ਬਾਬਾ ਕਹਿੰਦੇ ਰੁੰਡ ਦਾ ਪਾਣੀ ਮਾਨਾ ਮ੍ਰਿਗ ਤ੍ਰਿਸ਼ਨਾ ਸਮਾਨ ਇਸ ਡੁੱਬਣ ਵਿੱਚ ਮਾਨਾ ਦਲਦਲ ਵਿੱਚ ਫਸ ਜਾਂਦੇ ਹਨ, ਭਗਤੀ ਦੀ ਦਲਦਲ ਵਿੱਚ ਫਸ ਜਾਂਦੇ। ਫਿਰ ਬਾਬਾ ਕਹਿੰਦੇ ਨਿਕਲਣਾ ਮੁਸ਼ਕਲ ਹੋ ਜਾਂਦਾ, ਇੱਕਦਮ ਫਸ ਜਾਂਦੇ ਹਨ। ਜਾਂਦੇ ਹਨ ਹੋਰਾਂ ਨੂੰ ਕੱਢਣ ਲਈ, ਫਿਰ ਖੁਦ ਹੀ ਫਸ ਜਾਂਦੇ ਹਨ। ਇਸ ਤਰ੍ਹਾਂ ਬਹੁਤ ਫਸ ਗਏ। ਆਸ਼ਚਰਯਵਤ ਸੁਨੰਤੀ ਕਥੰਤੀ ਹੋਰਾਂ ਨੂੰ ਨਿਕਲਵੰਤੀ। ਚਲਦੇ ਚਲਦੇ ਫਿਰ ਖੁਦ ਹੀ ਫਸ ਗਏ। ਕਿੰਨੇ ਅੱਛੇ ਫਸਟ ਕਲਾਸ ਸੀ, ਫਿਰ ਉਹਨਾਂ ਨੂੰ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਬਾਬਾ ਨੂੰ ਭੁੱਲ ਜਾਂਦੇ ਹਨ। ਤਾਂ ਦਲਦਲ ਵਿੱਚੋਂ ਕੱਢਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਕਿੰਨਾ ਵੀ ਸਮਝਾਓ ਬੁੱਧੀ ਵਿੱਚ ਨਹੀਂ ਬੈਠਦਾ। ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਮਾਇਆ ਰੂਪੀ ਰਾਵਣ ਦੀ ਦਲਦਲ ਵਿੱਚ ਕਿੰਨਾ ਨਿਕਲੇ ਹਾਂ। ਜਿੰਨਾ ਨਿਕਲਦੇ ਜਾਂਦੇ ਓਨਾ ਖੁਸ਼ੀ ਹੁੰਦੀ ਜਾਂਦੀ। ਜੋ ਖੁਦ ਨਿਕਲਿਆ ਹੋਵੇਗਾ ਉਹਨਾਂ ਕੋਲ ਹੀ ਸ਼ਕਤੀ ਹੋਵੇਗੀ ਦੂਸਰਿਆਂ ਨੂੰ ਕੱਢਣ ਦੀ। ਬਾਬਾ ਨੇ ਕਿਹਾ ਕਿ ਸਦਾ ਇਸ ਤਰ੍ਹਾਂ ਬੱਚਿਆਂ ਦਾ ਵਿਚਾਰ ਸਾਗਰ ਮੰਥਨ ਚੱਲਦਾ ਰਹੇ। ਜਿਵੇਂ ਤੁਸੀਂ ਕਰਦੇ ਹੋ ਇਸ ਤਰ੍ਹਾਂ ਮੈਂ ਵੀ ਕਰਦਾ ਹਾਂ, ਨਹੀਂ ਤਾਂ ਪਹਿਲੇ ਨੰਬਰ ਵਿੱਚ ਕਿਵੇਂ ਜਾਵਾਂਗੇ। ਪਰੰਤੂ ਆਪਣੇ ਨੂੰ ਗੁਪਤ ਰੱਖਦੇ ਹਨ। ਅੱਗੇ ਬਾਬਾ ਕਹਿ ਰਹੇ ਕਿ ਬ੍ਰਹਮਾ ਬਾਬਾ ਨੇ ਵੀ ਦੇਖੋ ਕਿੰਨਾ ਮੰਥਨ ਚਿੰਤਨ ਕੀਤਾ। ਜਿਸ ਤਰ੍ਹਾਂ ਬਾਬਾ ਕਹਿੰਦੇ ਤੁਸੀਂ ਕਰਦੇ ਹੋ ਇਸ ਤਰ੍ਹਾਂ ਮੈਂ ਵੀ ਕਰਦਾ ਹਾਂ। ਇਸੇ ਤਰ੍ਹਾਂ ਬਾਬਾ ਕਹਿੰਦੇ ਗੁਪਤ ਰੱਖਦਾ ਹਾਂ ਆਪਣੇ ਆਪ ਨੂੰ। ਅੱਛਾ, ਮਿੱਠੇ ਸਿੱਕੀ ਲੱਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲੀ ਗੱਲ, ਮੇਰਾ ਸਭ ਛੱਡ ਆਪਣੇ ਨੂੰ ਆਤਮਾ ਸਮਝਣਾ ਹੈ। ਆਤਮ ਅਭਿਮਾਨੀ ਰਹਿਣ ਦੀ ਮਿਹਨਤ ਕਰਨੀ ਹੈ। ਇੱਥੇ ਤੁਸੀਂ ਬਿਲਕੁਲ ਵਨਵਾਸ ਵਿੱਚ ਰਹਿਣਾ ਹੈ। ਕੋਈ ਵੀ ਪਹਿਨਣ ਖਾਣ ਦੀ ਇੱਛਾ ਤੋਂ ਵੀ ਇੱਛਾ ਮਾਤਰਮ ਅਵਿਦਿਆ ਬਣਨਾ ਹੈ। ਦੂਸਰਾ, ਪਾਰਟ ਵਜਾਉਂਦੇ ਹੋਏ ਕਰਮ ਕਰਦੇ ਆਪਣੇ ਸ਼ਾਂਤ ਸਵਧਰਮ ਵਿੱਚ ਸਥਿਤ ਰਹਿਣਾ ਹੈ। ਸ਼ਾਂਤੀ ਧਾਮ ਅਤੇ ਸੁਖ ਧਾਮ ਨੂੰ ਯਾਦ ਕਰਨਾ ਹੈ। ਇਸ ਦੁੱਖ ਧਾਮ ਨੂੰ ਭੁੱਲ ਜਾਣਾ ਹੈ। ਵਰਦਾਨ, ਹਰ ਸੰਕਲਪ, ਸਮਾਂ, ਸ਼ਬਦ ਅਤੇ ਕਰਮ ਦੁਆਰਾ ਈਸ਼ਵਰੀय ਸੇਵਾ ਕਰਨ ਵਾਲੇ ਸੰਪੂਰਨ ਵਫਾਦਾਰ ਭਵ। ਸੰਪੂਰਨ ਵਫਾਦਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਹਰ ਚੀਜ਼ ਦੀ ਪੂਰੀ ਸੰਭਾਲ ਕਰਦੇ ਹਨ। ਕੋਈ ਵੀ ਚੀਜ਼ ਵਿਅਰਥ ਨਹੀਂ ਜਾਣ ਦਿੰਦੇ। ਜਦੋਂ ਤੋਂ ਜਨਮ ਹੋਇਆ ਉਦੋਂ ਤੋਂ ਸੰਕਲਪ, ਸਮਾਂ ਅਤੇ ਕਰਮ ਸਭ ਈਸ਼ਵਰੀय ਸੇਵਾ ਅਰਥ ਹੋਵੇ। ਯਦਿ ਈਸ਼ਵਰੀय ਸੇਵਾ ਦੇ ਬਜਾਏ ਕਿਤੇ ਵੀ ਸੰਕਲਪ ਜਾਂ ਸਮਾਂ ਜਾਂਦਾ ਹੈ, ਵਿਅਰਥ ਬੋਲ ਨਿਕਲਦੇ ਹਨ ਜਾਂ ਤਨ ਦੁਆਰਾ ਵਿਅਰਥ ਕੰਮ ਹੁੰਦਾ ਹੈ, ਤਾਂ ਉਹਨਾਂ ਨੂੰ ਸੰਪੂਰਨ ਵਫਾਦਾਰ ਨਹੀਂ ਕਹਾਂਗੇ। ਇਸ ਤਰ੍ਹਾਂ ਨਹੀਂ ਕਿ 1 ਸੈਕਿੰਡ ਜਾਂ 1 ਪੈਸਾ ਵਿਅਰਥ ਗਿਆ ਤਾਂ ਕੀ ਵੱਡੀ ਗੱਲ ਹੋ ਗਈ। ਅਸੀਂ ਹਲਬੇਲੇਪਨ ਦੇ ਵਿੱਚ ਇਸ ਤਰ੍ਹਾਂ ਬੋਲੀਏ ਤਾਂ ਬਾਬਾ ਕਹਿੰਦੇ ਨਹੀਂ, ਸੰਪੂਰਨ ਵਫਾਦਾਰ ਅਰਥਾਤ ਸਭ ਕੁਝ ਸਫਲ ਕਰਨ ਵਾਲੀ। ਸਲੋਗਨ, ਸ਼੍ਰੀਮਤ ਨੂੰ ਅਸਲ ਰੀਤੀ ਨਾਲ ਸਮਝ ਕੇ ਉਸ ਉੱਤੇ ਕਦਮ ਕਦਮ ਚੱਲਣ ਵਿੱਚ ਹੀ ਸਫਲਤਾ ਸਮਾਈ ਹੋਈ ਹੈ। ਅੱਛਾ, ਓਮ ਸ਼ਾਂਤੀ।